Hello and welcome, my dear students, to Mentor Daljit's Tech Academy. I'm glad that you are watching this playlist web development using HTML, CSS and JavaScript क्योंकि आज ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਜੋ ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਹੈ ਅਸੀਂ ਉਸ ਟੌਪਿਕ ਨੂੰ ਕਰਨ ਜਾ ਰਹੇ ਹਾਂ। ਟੌਪਿਕ ਦਾ ਟਾਈਟਲ ਹੈ ਫੰਕਸ਼ਨਸ ਇਨ ਜਾਵਾਸਕ੍ਰਿਪਟ। ਅਗਰ ਸਪੋਜ਼ ਕਰੋ ਅਸੀਂ ਕੋਈ ਟਾਸਕ ਮਲਟੀਪਲ ਟਾਈਮਸ ਆਪਣੇ ਪ੍ਰੋਗਰਾਮ ਦੇ ਵਿੱਚ ਕਰਨੀ ਹੈ ਤਾਂ ਤੁਸੀਂ ਕੀ ਕਰੋਗੇ? What will you do? You will write the same code again and again. बार उस same तरीके दा code जो है तुसी लिखोगे. This is a very common mistake that most beginners do. So वो बार उसी तरह दे code ਨੂੰ ਲਿਖਦੇ ਰਹਿਣਗੇ and later on they are going to complain that their code is too long, it is repetitive and it is making the program messy. ਸੋ ਇਸ ਪ੍ਰੋਬਲਮ ਨੂੰ ਅਵੋਇਡ ਕਰਨਾ ਕਿਸ ਤਰੀਕੇ ਨਾਲ ਹੈ? ਅਸੀਂ ਫੰਕਸ਼ਨਸ ਦੀ ਹੈਲਪ ਨਾਲ। ਰੀਅਲ ਡਿਵੈਲਪਰਸ ਦੇ ਡੋਂਟ ਰਿਪੀਟ ਦ ਕੋਡ, ਦੇ ਕ੍ਰੀਏਟ ਫੰਕਸ਼ਨਸ। ਸੋ ਯੂਜ਼ਿੰਗ ਫੰਕਸ਼ਨਸ ਸੇਮ ਕੋਡ ਸਾਨੂੰ ਬਾਰ-ਬਾਰ ਰਿਪੀਟ ਕਰਨਾ ਨਹੀਂ ਪੈਂਦਾ, ਅਸੀਂ ਉਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਸੋ ਜਿਸ ਤਰੀਕੇ ਨਾਲ ਅਸੀਂ ਕੋਈ ਵੀ ਪ੍ਰੋਗਰਾਮ ਲਿਖਦੇ ਹਾਂ ਉਸ ਦੇ ਕੋਡ ਨੂੰ ਰਿਪੀਟਡਲੀ ਲਿਖਣ ਦੀ ਬਜਾਏ ਅਸੀਂ ਉਹਨੂੰ ਸਮਾਲ ਬਲਾਕਸ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ। ਉਹ ਬਲਾਕ ਕਿਸ ਤਰ੍ਹਾਂ ਦਾ ਹੋਏਗਾ? ਉਹ ਇੱਕ ਫੰਕਸ਼ਨ ਹੋਏਗਾ ਜਿਸ ਨੂੰ ਅਸੀਂ ਜਦੋਂ ਜ਼ਰੂਰਤ ਪਏਗੀ ਉਦੋਂ ਅਸੀਂ ਯੂਜ਼ ਕਰ ਸਕਦੇ ਹਾਂ। ਸੋ ਅੱਜ ਦੇ ਲੈਸਨ ਦੇ ਵਿੱਚ we will learn that how we can turn repeated logic into smart reusable blocks called functions. So function basically ਕੀ ਹੈ ਕਿ ਇੱਕ ਕੁਝ ਡੇਟਾ ਨੂੰ ਪ੍ਰੋਸੈਸ ਕਰਦਾ ਹੈ। ਕੁਝ ਡੇਟਾ ਦੀ ਇਸ ਨੂੰ ਜ਼ਰੂਰਤ ਵੀ ਪੈ ਸਕਦੀ ਹੈ ਇਨਪੁਟ ਲੈਣ ਦੀ ਐਂਡ ਇਟ ਕੈਨ ਵਰਕ ਵਿਦਆਊਟ ਇਨਪੁਟ ਐਜ਼ ਵੈਲ। ਫੰਕਸ਼ਨ ਦੇ ਵਿੱਚ ਅਸੀਂ ਕੋਈ ਲੌਜਿਕ ਅਪਲਾਈ ਕਰਾਂਗੇ ਜਿਸ ਦੇ ਨਾਲ ਡੇਟਾ ਨੂੰ ਪ੍ਰੋਸੈਸ ਕਰਾਂਗੇ। ਮੇਬੀ ਕੁਝ ਟਾਸਕ ਜੋ ਅਸੀਂ ਬਾਰ-ਬਾਰ ਰਿਪੀਟਡਲੀ ਕਰਵਾਉਣੀ ਹੈ, ਸਾਨੂੰ ਪ੍ਰੋਗਰਾਮ ਦੇ ਵਿੱਚ ਮਲਟੀਪਲ ਟਾਈਮਸ ਉਸ ਟਾਸਕ ਦੀ ਜ਼ਰੂਰਤ ਹੈ ਤੇ ਅਸੀਂ ਉਸ ਟਾਸਕ ਨੂੰ, ਉਸ ਚੀਜ਼ ਨੂੰ ਫੰਕਸ਼ਨ ਦੇ ਵਿੱਚ ਲਿਖ ਲਾਂਗੇ ਤੇ ਫੰਕਸ਼ਨ ਸਾਨੂੰ ਉਸ ਦਾ ਰਿਜ਼ਲਟ ਜੋ ਹੈ ਉਹ ਰਿਟਰਨ ਕਰ ਦੇਗਾ। ਫॉर ਐਗਜ਼ਾਮਪਲ ਅਗਰ ਅਸੀਂ ਸਿੰਪਲ ਟਰਮਸ ਦੇ ਵਿੱਚ ਦੇਖੀਏ ਕਿ ਇੱਕ ਫੰਕਸ਼ਨ ਹੈ ਜਿਸ ਦਾ ਕਿ ਨਾਮ ਹੈ ਐਡ, ਉਸ ਦੇ ਅੰਦਰ ਦੋ ਚੀਜ਼ਾਂ ਹੈ A और B ਜਿਸ ਨੂੰ ਅਸੀਂ ਐਡ ਕਰ ਰਹੇ ਹਾਂ ਔਰ ਹਰ ਬਾਰ A ਔਰ B ਦੀ ਵੈਲਿਊ ਚੇਂਜ ਹੋ ਸਕਦੀ ਹੈ। ਜਿੱਦਾਂ ਕਿ ਫਸਟ ਟਾਈਮ ਤੇ ਅਸੀਂ ਵੈਲਿਊ ਜੋ ਹੈ ਉਹ ਦੇ ਰਹੇ ਹਾਂ A is 10 and B is 20. So the result is 30. In second case the values can be different and it will process the data accordingly ਜੋ ਵੀ ਅਸੀਂ ਇਹਨੂੰ ਇਨਪੁਟ ਦਵਾਂਗੇ ਔਰ ਉਸ ਤੋਂ ਬਾਅਦ ਸਾਨੂੰ ਰਿਜ਼ਲਟ ਦੇਗਾ। ਔਰ ਫੰਕਸ਼ਨ ਦੇ ਕੇਸ ਦੇ ਵਿੱਚ ਬਾਰ-ਬਾਰ ਸਾਨੂੰ ਐਡੀਸ਼ਨ ਨਹੀਂ ਕਰਨੀ ਪੈਗੀ, ਸਿੰਪਲ ਵਨ ਟਾਈਮ ਤੇ ਅਸੀਂ ਫੰਕਸ਼ਨ ਦੇ ਅੰਦਰ ਐਡੀਸ਼ਨ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਅਸੀਂ ਆਪਣੇ ਰਿਜ਼ਲਟ ਨੂੰ ਦੇਖ ਸਕਦੇ ਹਾਂ। ਹੁਣ ਤੱਕ ਤੁਹਾਨੂੰ ਸਮਝ ਆ ਗਿਆ ਹੈ ਕਿ ਜਾਵਾਸਕ੍ਰਿਪਟ ਫੰਕਸ਼ਨ ਦੇ ਅੰਦਰ ਅਸੀਂ ਕੋਈ ਵੀ ਟਾਸਕ ਨੂੰ ਕਰਾਉਣਾ ਹੈ, ਚਾਹੇ ਉਹ ਸਿੰਪਲ ਜੀ ਟਾਸਕ ਹੈ ਜਿਸ ਤਰੀਕੇ ਨਾਲ ਅਸੀਂ ਇੱਕ ਗ੍ਰੀਟ ਮੈਸੇਜ ਹੀ ਪ੍ਰਿੰਟ ਕਰਾਉਣਾ ਹੈ ਔਰ ਗ੍ਰੀਟ ਮੈਸੇਜ ਪ੍ਰਿੰਟ ਕਰਾਉਣ ਤੋਂ ਹੈਲੋ ਪ੍ਰਿੰਟ ਕਰਾਉਣ ਦੇ ਲਈ ਅਸੀਂ ਉਸ ਦੇ ਨਾਲ ਉਸ ਪਰਸਨ ਦਾ ਨਾਮ ਜੋ ਉਸ ਤੋਂ ਇਨਪੁਟ ਲਿਆ ਹੈ ਅਸੀਂ ਉਸ ਨੂੰ ਵੀ ਨਾਲ ਪ੍ਰਿੰਟ ਕਰਾਉਣਾ ਚਾਹੁੰਦੇ ਹਾਂ। ਤਾਂ ਅਗਰ ਅਸੀਂ ਉਹ ਨਾਮ ਨਾਲ ਉਹਦੇ ਪਾਸ ਕਰ ਦਾਂਗੇ, ਡੇਟਾ ਐਜ਼ ਇਨਪੁਟ ਪਾਸ ਕਰ ਦਾਂਗੇ, ਉਸ ਤੋਂ ਬਾਅਦ ਉਹ ਸਾਨੂੰ ਰਿਜ਼ਲਟ ਦੇ ਵਿੱਚ ਪੂਰੇ ਦਾ ਪੂਰਾ ਹੈਲੋ with name print karega. For example, if it is Mentor Daljit we are passing, it will give us output hello Mentor Daljit, and if we are passing the name Sarah then it will say hello Sarah. ਇਸ ਤਰੀਕੇ ਨਾਲ ਫੰਕਸ਼ਨਸ ਕੰਮ ਕਰਦੇ ਨੇ। Now we will see ਕਿ ਇਸ ਚੈਪਟਰ ਦੇ ਵਿੱਚ, ਇਸ ਲੈਸਨ ਦੇ ਵਿੱਚ ਅੱਜ ਅਸੀਂ ਕੀ ਕਰਨ ਜਾ ਰਹੇ ਹਾਂ। ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਸਿੱਖਾਂਗੇ how we can create functions, how the functions can be called, passing parameters to functions and returning values. So let's dive in and learn these things one by one. ਸਭ ਤੋਂ ਪਹਿਲੇ ਅੱਜ ਦੇ ਲੈਸਨ ਦੇ ਲਈ I'm going to create a file lesson 39.html ਔਰ ਇਸ HTML ਫਾਈਲ ਦੇ ਅੰਦਰ ਸਭ ਤੋਂ ਪਹਿਲੇ ਅਸੀਂ HTML ਦਾ ਕੋਡ ਜੋ ਹੈ ਉਹ ਲੈ ਕੇ ਆਉਂਦੇ ਹਾਂ, ਸਟਰਕਚਰ ਕੋਡ, ਐਂਡ ਆਫਟਰ ਦੈਟ ਸਕ੍ਰਿਪਟ ਟੈਗ ਦੇ ਅੰਦਰ ਫॉर ਐਗਜ਼ਾਮਪਲ ਅਗਰ ਅਸੀਂ ਕੋਈ ਫੰਕਸ਼ਨ ਕ੍ਰੀਏਟ ਕਰਨਾ ਹੈ, ਹਾਊ ਵੀ ਆਰ ਗੋਇੰਗ ਟੂ ਕ੍ਰੀਏਟ ਫੰਕਸ਼ਨ। ਸੋ ਵਾਚ ਦਿਸ ਵੈਰੀ ਕੇਅਰਫੁਲੀ। ਦ ਸਿੰਟੈਕਸ ਆਫ ਫੰਕਸ਼ਨ, ਕ੍ਰੀਏਟਿੰਗ ਅ ਫੰਕਸ਼ਨ ਇਜ਼, ਪਹਿਲੇ ਅਸੀਂ ਕੀਵਰਡ ਯੂਜ਼ ਕਰਾਂਗੇ ਫੰਕਸ਼ਨ ਔਰ ਉਸ ਤੋਂ ਬਾਅਦ ਅਸੀਂ ਉਸ ਫੰਕਸ਼ਨ ਦਾ ਨਾਮ, ਜਿਸ ਤਰ੍ਹਾਂ ਅਸੀਂ ਵੇਰੀਏਬਲ ਦਾ ਨਾਮ ਰੱਖਣ ਦੇ ਲਈ ਕੁਝ ਰੂਲਸ ਫੋਲੋ ਕੀਤੇ ਸੀ that it must start with some alphabet, it should not be a keyword. So same rules ਅਸੀਂ ਫੰਕਸ਼ਨ ਦਾ ਨਾਮ ਰੱਖਣ ਦੇ ਲਈ ਫੋਲੋ ਕਰਨੇ ਆ ਔਰ ਇੱਥੇ ਮੈਂ ਫੰਕਸ਼ਨ ਦਾ ਨਾਮ ਇੱਕ ਸਿੰਪਲ ਗ੍ਰੀਟ ਫੰਕਸ਼ਨ ਕ੍ਰੀਏਟ ਕਰ ਰਹੀ ਹਾਂ। ਫਿਲਹਾਲ ਜੋ ਅਸੀਂ ਫੰਕਸ਼ਨ ਕ੍ਰੀਏਟ ਕਰ ਰਹੇ ਹਾਂ ਇਸ ਫੰਕਸ਼ਨ ਦੇ ਵਿੱਚ ਅਸੀਂ ਕੋਈ ਵੀ ਇਨਪੁਟ ਨਹੀਂ ਦੇਣੀ। ਅਗਰ ਅਸੀਂ ਕੋਈ ਇਨਪੁਟ ਨਹੀਂ ਦੇਣੀ ਤੇ ਫੰਕਸ਼ਨ ਤੋਂ ਬਾਅਦ ਅਸੀਂ ਸਿੰਪਲ ਇਸੇ ਤਰੀਕੇ ਦੇ ਨਾਲ ਬ੍ਰੇਸਿਸ ਯੂਜ਼ ਕਰ ਲੈਣੀਆਂ ਨੇ ਔਰ ਉਸ ਤੋਂ ਬਾਅਦ ਕਰਲੀ ਬ੍ਰੈਕਟ ਦੇ ਅੰਦਰ ਅਸੀਂ ਫੰਕਸ਼ਨ ਦੀ ਬੋਡੀ ਡਿਫਾਈਨ ਕਰਨੀ ਹੈ। ਦਿਸ ਇਜ਼ ਕਾਲਡ ਬੋਡੀ ਆਫ ਦ ਫੰਕਸ਼ਨ ਔਰ ਬੋਡੀ ਆਫ ਦ ਫੰਕਸ਼ਨ ਦੇ ਵਿੱਚ ਅਸੀਂ ਉਹ ਸਾਰੀਆਂ ਟਾਸਕ ਲਿਖਣੀਆਂ ਹੈ ਜਿਹਦੇ ਨਾਲ ਅਸੀਂ ਜੋ ਅਸੀਂ ਫੰਕਸ਼ਨ ਦੇ ਵਿੱਚ ਪਰਫਾਰਮ ਕਰਨਾ ਚਾਹੁੰਦੇ ਹਾਂ। ਸੋ ਦਿਸ ਇਜ਼ ਬੋਡੀ ਆਫ ਦ फंक्शन। फॉर एग्जाम्पल कि मेरा जो ये फंक्शन है ये की प्रिंट कर रहा है, दिस इज सिंपली प्रिंटिंग अ मैसेज। सो ਅਸੀਂ ਆਪਣਾ ਮੈਸੇਜ ਪ੍ਰਿੰਟ ਕਰਾਉਣ ਦੇ ਲਈ console.log ਯੂਜ਼ ਕਰਾਂਗੇ। ਐਜ਼ ਯੂ ਨੋ ਜਾਵਾਸਕ੍ਰਿਪਟ ਦੇ ਵਿੱਚ ਵੀ ਆਰ ਯੂਜ਼ਿੰਗ console.log ਔਰ ਡਬਲ ਕੋਟਸ ਦੇ ਅੰਦਰ ਉਹ ਮੈਸੇਜ ਹੈ। ਫॉर एग्जाम्पल
hello user thanks for watching this is what I want to display ਸੋ ਉਸ ਤੋਂ ਬਾਅਦ ਅਸੀਂ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਾਂਗੇ ਇਹ ਸਾਡਾ ਇੱਕ ਸਿੰਪਲ ਪ੍ਰੋਗਰਾਮ ਹੋ ਗਿਆ ਸੋ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ ਯੂ ਵਿਲ ਸੀ ਦੈਟ देयर इज नो ਆਊਟਪੁੱਟ ਕੋਈ ਵੀ ਆਊਟਪੁੱਟ ਨਹੀਂ ਆਏਗੀ ਕਿਉਂ ਨਹੀਂ ਆਏਗੀ ਕਿਉਂਕਿ ਹਲੇ ਅਸੀਂ ਸਿਰਫ ਫੰਕਸ਼ਨ ਨੂੰ ਕ੍ਰੀਏਟ ਕੀਤਾ ਹੈ ਦ ਸੈਕੰਡ ਸਟੈਪ ਇਜ਼ ਕਿ ਇਸ ਫੰਕਸ਼ਨ ਨੂੰ ਕਾਲ ਕਰਨਾ ਵੀ ਜ਼ਰੂਰੀ ਹੈ ਜਿੰਨੀ ਦੇਰ ਤੱਕ ਇਸ ਫੰਕਸ਼ਨ ਨੂੰ ਕਾਲ ਨਹੀਂ ਕੀਤਾ ਜਾਏਗਾ ਟਿਲ ਦੈਨ ਇਹ ਫੰਕਸ਼ਨ ਐਗਜ਼ੀਕਿਊਟ ਨਹੀਂ ਹੁੰਦਾ ਤਾਂ ਫਰਸਟ ਥਿੰਗ we have learned what is function then we have learned how to create a function so ਅਸੀਂ ਫੰਕਸ਼ਨ ਨੂੰ ਕ੍ਰੀਏਟ ਕਰਨਾ ਸਿੱਖ ਲਿਆ ਸੋ ਕ੍ਰੀਏਟਿੰਗ ਅ ਫੰਕਸ਼ਨ ਇਜ਼ ਵੈਰੀ ਈਜ਼ੀ ਫੰਕਸ਼ਨ ਕੀਵਰਡ ਤੋਂ ਬਾਅਦ ਫੰਕਸ਼ਨ ਦਾ ਨਾਮ ਰੱਖ ਕੇ braces यूज करनी है then define the body of the function in curly brackets I am repeating this thing ਫੰਕਸ਼ਨ ਕ੍ਰੀਏਟ ਕਰ ਲਿਆ ਪਰ ਹੁਣ ਫੰਕਸ਼ਨ ਨੂੰ ਕਾਲ ਵੀ ਕਰਨਾ ਹੈ ਜਿੱਥੇ ਵੀ ਤੁਸੀਂ ਆਪਣੇ ਫੰਕਸ਼ਨ ਨੂੰ ਕਾਲ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਤੁਸੀਂ ਉਸ ਫੰਕਸ਼ਨ ਨੂੰ ਕਾਲ ਕਰਨ ਦੇ ਲਈ ਕੀ ਕਰਨਾ ਹੈ ਗ੍ਰੀਟ ਜੋ ਵੀ ਫੰਕਸ਼ਨ ਦਾ ਨਾਮ ਹੈ ਉਸ ਤੋਂ ਬਾਅਦ ਤੁਸੀਂ ਸੈਮੀਕੋਲਨ ਯੂਜ਼ ਕਰੋਗੇ this is call 1 I can call it multiple times number of times anywhere in my program ਕਿਤੇ ਵੀ ਕਿੰਨੀ ਵਾਰ ਵੀ ਅਸੀਂ ਇਹਨੂੰ ਕਾਲ ਕਰ ਸਕਦੇ ਹਾਂ ਫॉर एग्जांपल ਅਗਰ ਮੈਂ ਇਹਨੂੰ 2 ਵਾਰ ਕਾਲ ਕਰਾਂਗੀ ਤੇ 2 ਵਾਰ ਚੱਲੇਗਾ 4 ਵਾਰ ਕਾਲ ਕਰਾਂਗੀ 4 ਵਾਰ ਚੱਲੇਗਾ ਸੋ this is how my function is reusable ਔਰ ਅਸੀਂ ਉਸ ਰਿਪੀਟਡ ਕੋਡ ਨੂੰ ਬਾਰ-ਬਾਰ ਲਿਖਣ ਦੀ ਬਜਾਏ ਅਸੀਂ ਉਸ ਨੂੰ ਇੱਕ ਬਲੌਕ ਦੇ ਵਿੱਚ ਲਿਖ ਲਿਆ ਔਰ ਉਸ ਤੋਂ ਬਾਅਦ ਅਸੀਂ ਜਿੱਥੇ ਵੀ ਜ਼ਰੂਰਤ ਪਏਗੀ we are calling that function ਸੋ ਕਾਲ ਦੇ ਨਾਲ ਐਕਚੁਅਲ ਦੇ ਵਿੱਚ that function will get executed now let's check the output so console ਤੇ ਕਿਸ ਤਰੀਕੇ ਨਾਲ ਜਾਂਦੇ ਆ right click and go to inspect then check the console so this is what it is showing so check ਕਰੋ ਇਹਨੇ 2 ਵਾਰ ਸਾਨੂੰ hello user thanks for watching ਸੋ ਅਸੀਂ ਇੱਕ ਵਾਰ ਪ੍ਰੋਗਰਾਮ ਨੂੰ ਐਗਜ਼ੀਕਿਊਟ ਕੀਤਾ ਔਰ ਇਹਨੇ ਸਾਨੂੰ 2 ਵਾਰ ਫੰਕਸ਼ਨ ਦੇ ਵਿੱਚ ਕਿਉਂਕਿ 2 ਵਾਰ ਫੰਕਸ਼ਨ ਕਾਲ ਹੋਇਆ ਹੈ 2 ਵਾਰ ਇਹਨੇ ਮੈਸੇਜ ਨੂੰ ਪ੍ਰਿੰਟ ਕਰਾਇਆ ਸੋ this is how we can use functions so ਅਸੀਂ ਫੰਕਸ਼ਨ ਨੂੰ ਕ੍ਰੀਏਟ ਕਰਨਾ ਸਿੱਖ ਲਿਆ ਕਾਲ ਕਰਨਾ ਸਿੱਖ ਲਿਆ now the third thing is passing parameters to the function so parameters ਕਿਸ ਤਰੀਕੇ ਨਾਲ ਪਾਸ ਕਰਨੇ ਆ first of all understand what are parameters basically ਕੀ ਹੈ ਜਿਸ ਤਰੀਕੇ ਨਾਲ ਹਲੇ ਅਸੀਂ ਫੰਕਸ਼ਨ ਨੂੰ ਕਾਲ ਕਰ ਰਹੇ ਸੀ ਇਹਦੇ ਵਿੱਚ ਕੋਈ ਵੀ ਇਨਪੁਟ ਨਹੀਂ ਦਿੱਤੀ ਜਦੋਂ ਅਸੀਂ ਚਾਹੁੰਦੇ ਹਾਂ ਕਿ ਇਸ ਫੰਕਸ਼ਨ ਨੂੰ ਕਾਲ ਕਰਨ ਵੇਲੇ ਕੁਝ ਡੇਟਾ ਇਨਪੁਟ ਵੀ ਕੀਤਾ ਜਾਏ ਤੇ ਉਹ ਜੋ ਇਨਪੁਟ ਅਸੀਂ ਪਾਸ ਕਰਾਂਗੇ that is your parameter so ਜੋ ਵੈਲਿਊ ਅਸੀਂ ਪਾਸ ਕਰ ਰਹੇ ਹਾਂ ਮੈਂ ਉਸ ਨੂੰ name ਦੇ ਵਿੱਚ ਸਟੋਰ ਕਰਾ ਰਹੀ ਹਾਂ now what is name is basically parameter which is going to receive what you are passing so name parameter ਇੱਕ ਉਹ ਵੇਰੀਏਬਲ ਬਣ ਗਿਆ ਜਿਹਦੇ ਵਿੱਚ ਜੋ ਤੁਸੀਂ ਪਾਸ ਕਰੋਗੇ ਉਹ ਸਟੋਰ ਹੋ ਜਾਏਗਾ ਸੋ ਜੋ ਤੁਸੀਂ ਪਾਸ ਕੀਤਾ ਉਹ ਇਹਦੇ ਵਿੱਚ ਸਟੋਰ ਹੋ ਜਾਏਗਾ ਐਂਡ ਵੈਲਕਮ ਯੂਜ਼ਰ ਦੀ ਜਗ੍ਹਾ ਤੇ ਨਾਓ ਆਈ ਵਿਲ ਟਾਈਪ ਦੈਟ ਨੇਮ ਸੋ ਉਸ ਨਾਮ ਨੂੰ ਅਸੀਂ ਅਪੈਂਡ ਕਰਾਂਗੇ ਜੋ ਵੀ ਤੁਸੀਂ pass ਕੀਤਾ or after that we are giving the same kind of message if you are passing Sarah then it will show you hello Sarah thanks for watching so ਇਹਨੂੰ ਕਾਲ ਕਰਨ ਦੇ ਵੇਲੇ ਸਾਨੂੰ ਜੋ ਵੈਲਿਊ for example ਇਸ ਫੰਕਸ਼ਨ ਦੇ ਵਿੱਚ ਹੁਣ ਸਾਨੂੰ ਪਤਾ ਲੱਗ ਰਿਹਾ ਹੈ ਕਿ it needs one input ਸੋ ਜਦੋਂ ਅਸੀਂ ਇਹਨੂੰ ਕਾਲ ਕਰਨਾ ਹੈ ਅਸੀਂ ਇਹਨੂੰ ਇਸ ਤਰੀਕੇ ਨਾਲ ਕਾਲ ਨਹੀਂ ਕਰ ਸਕਦੇ we need to pass some data ਸੋ ਜੋ ਇਨਪੁਟ ਅਸੀਂ ਇਹਨੂੰ ਪਾਸ ਕਰਾਂਗੇ ਉਹਨੂੰ ਅਸੀਂ ਆਰਗੂਮੈਂਟ ਕਹਿੰਦੇ ਆ ਫॉर एग्जांपल first time I am passing the argument Sarah and second time I am passing the argument Simran and then we are going to check the output now check this is hello Sarah thanks for watching hello Simran thanks for watching so दो बार फंक्शन कॉल होया है और दोनों बार साडे आर्गूमेंट्स डिफरेंट सी that's why जो प्रोग्राम है उसने सानू डिफरेंट आउटपुट दिती है so you can call it number of times with different input values and it will process your input accordingly so function दी basic use हुन सानू समझ आ गई है so basically सानू समझ आ गया है कि functions are like smart machines you give input it processes and gives us output so I'm going to give you one example login system login system ਕਿਸੇ ਵੀ ਜਗ੍ਹਾ ਤੇ ਤੁਸੀਂ login ਕਰਦੇ ਹੋ you give input in the form of your username and password ਔਰ ਉਸ ਨੂੰ function process ਕਰਦਾ whether it is correct or not ਉਸ ਤੋਂ ਬਾਅਦ if it is correct it allows you to access this machine access the system ਔਰ ਅਗਰ ਨਹੀਂ correct ਤੇ ਤੁਹਾਨੂੰ system access ਕਰਨ ਨਹੀਂ ਦਿੰਦਾ so this is a function what it is doing every time we are giving different input and it is giving us output accordingly तो similarly अगर ਅਸੀਂ second example ਲਈਏ payment system
ਸਿਸਟਮ ਦੀ ਜਿੰਨੀ ਅਸੀਂ ਅਮਾਊਂਟ ਇਨਪੁਟ ਕਰਾਂਗੇ ਉਹਦੇ ਅਕੋਰਡਿੰਗਲੀ ਇਹ ਪ੍ਰੋਸੈਸਿੰਗ ਕਰ ਰਿਹਾ। ਤੋ ਹਰ ਜਗ੍ਹਾ ਤੇ ਅਸੀਂ ਫੰਕਸ਼ਨਸ ਨੂੰ ਯੂਜ਼ ਕਰ ਰਹੇ ਹਾਂ। ਇੱਕ ਪ੍ਰੋਗਰਾਮ ਦੇ ਵਿੱਚ ਮਲਟੀਪਲ ਟਾਈਮਸ ਵੀ ਨੀਡ ਟੂ ਯੂਜ਼ ਫੰਕਸ਼ਨਸ। ਨਾਓ ਦ ਵਨ ਇੰਪੋਰਟੈਂਟ ਟੌਪਿਕ ਅਬਾਊਟ ਦ ਫੰਕਸ਼ਨਸ ਇਜ਼ ਹਾਊ ਦੇ ਰਿਟਰਨ ਵੈਲਿਊਜ਼, ਕਿਉਂਕਿ ਹਲੇ ਤੱਕ ਅਸੀਂ ਫੰਕਸ਼ਨਸ ਦੇ ਵਿੱਚ ਫੰਕਸ਼ਨ ਨੂੰ ਕ੍ਰੀਏਟ ਕਰਨਾ ਸਿੱਖ ਲਿਆ, ਫੰਕਸ਼ਨ ਨੂੰ ਕਾਲ ਕਰਨਾ ਸਿੱਖ ਲਿਆ ਔਰ ਫੰਕਸ਼ਨ ਦੇ ਅੰਦਰ ਪੈਰਾਮੀਟਰਸ ਪਾਸ ਕਰਨਾ ਸਿੱਖ ਲਿਆ। ਪੈਰਾਮੀਟਰ ਪਾਸ ਕਰਨ ਦੇ ਵਿੱਚ ਵੀ ਕੈਨ ਟੇਕ ਅਨਦਰ ਐਗਜ਼ਾਮਪਲ ਜਿਹਦੇ 'ਚ ਅਸੀਂ ਨੰਬਰਸ ਪਾਸ ਕਰਕੇ, ਜਿਸ ਤਰ੍ਹਾਂ ਅਸੀਂ ਲਾਸਟ ਟਾਈਮ ਕੈਲਕੂਲੇਟਰ ਬਣਾਇਆ ਸੀ, ਔਰ ਉਸੇ ਤਰੀਕੇ ਦੇ ਨਾਲ ਅਸੀਂ ਇਹਨੂੰ ਨੰਬਰਸ ਇਨਪੁਟ ਕਰਦੇ ਹਾਂ ਐਂਡ ਇਟ ਵਿਲ ਪਰਫਾਰਮ calculations accordingly. You can do that as well. तो ਹੁਣ ਅਸੀਂ ਸਿੱਖਾਂਗੇ ਫੰਕਸ਼ਨ ਦੇ ਵਿੱਚ ਵੈਲਿਊਜ਼ ਕਿਸ ਤਰੀਕੇ ਨਾਲ ਰਿਟਰਨ ਕਰਦੇ ਹਾਂ। तो ਫੰਕਸ਼ਨ ਦੇ ਵਿੱਚ ਵੈਲਿਊਜ਼ ਰਿਟਰਨ ਕਰਨਾ, like sometimes this function is performing but it is not returning anything. It is simply printing on the console. It is not returning anything. If your function needs to return something, give some output, so that output must be stored somewhere. उस output ਨੂੰ ਕਿਤੇ ਨਾ ਕਿਤੇ store ਵੀ ਕਰਨਾ ਪਏਗਾ। For example, now we are going to create another function. So I'm going to put this in the comments. New function create ਕਰਾਂਗੇ। For example, my function is addition. So addition function ਅਸੀਂ ਬਣਾਉਣਾ ਹੈ ਜਿਹਦੇ ਵਿੱਚ ਅਸੀਂ ਦੋ ਨੰਬਰਸ ਨੂੰ ਐਡ ਕਰਨਾ ਹੈ। ਜੋ ਦੋ ਨੰਬਰਸ ਹੈ ਉਹ ਹੈ ਸਾਡੇ A ਔਰ B। For example, we are taking two numbers A ਔਰ B, और A और B की है parameters or argument. Type in the comment box if you understand what is parameter and what is argument. ਔਰ ਇਹ ਸਾਡਾ ਫੰਕਸ਼ਨ ਦੀ ਬੋਡੀ ਬਣ ਗਈ। ਹੁਣ ਜਦੋਂ ਵੀ ਅਸੀਂ ਦੋ ਨੰਬਰਸ ਨੂੰ ਸਮ ਕਰਾਂਗੇ ਉਸ ਤੋਂ ਬਾਅਦ ਉਸਦਾ ਕੋਈ ਨਾ ਕੋਈ ਰਿਜ਼ਲਟ ਆਏਗਾ ਔਰ ਰਿਜ਼ਲਟ ਨੂੰ ਅਸੀਂ ਪ੍ਰਿੰਟ ਨਹੀਂ ਕਰਨਾ, ਅਸੀਂ ਰਿਟਰਨ ਕਰਨਾ। ਔਰ ਯੂਜ਼ਰ ਦਾ ਕੰਮ ਹੈ ਉਹਨੂੰ ਕਿਸ ਤਰੀਕੇ ਨਾਲ ਯੂਜ਼ ਕਰੇ, ਉਹਨੂੰ ਪ੍ਰਿੰਟ ਕਰੇ, ਉਹਨੂੰ ਫਰਦਰ ਕਿਸੇ ਜਗ੍ਹਾ ਤੇ ਯੂਜ਼ ਕਰਨਾ ਹੈ ਉਹ ਕਰੇ, ਉਹ ਜੋ ਵੀ ਕਰਨਾ ਚਾਹੇ ਉਹ ਕਰ ਸਕਦਾ ਹੈ। ਲਾਈਕ ਕਾਲਿੰਗ ਦੇ ਟਾਈਮ ਤੇ ਵੀ ਨੀਡ ਟੂ ਡਿਸਾਈਡ ਦਿਸ ਥਿੰਗ। ਸੋ ਅਸੀਂ ਇੱਕ ਵੇਰੀਏਬਲ ਲੈ ਲਾਂਗੇ ਜਿਹਦੇ ਵਿੱਚ ਇਸ ਦੇ ਸਮ ਨੂੰ ਸਟੋਰ ਕਰਨਾ ਹੈ। ਤੋ ਅਸੀਂ ਕੀ ਕਰਾਂਗੇ, ਇਸ ਫੰਕਸ਼ਨ ਨੂੰ ਸਿੰਪਲ ਇਸ ਤਰੀਕੇ ਨਾਲ ਕਰਦੇ ਹਾਂ ਕਿ ਇਹ ਫੰਕਸ਼ਨ ਸਾਨੂੰ ਕੋਈ ਵੈਲਿਊ ਰਿਟਰਨ ਕਰ ਰਿਹਾ ਔਰ ਰਿਟਰਨ ਕੀ ਕਰ ਰਿਹਾ, ਲੈਟਸ ਅਸਿਊਮ ਦਿਸ ਇਜ਼ ਰਿਟਰਨਿੰਗ A plus B. ਸੋ ਇਟ ਇਜ਼ ਕੇਸ ਸੈਂਸਿਟਿਵ, ਆਈ ਨੀਡ ਟੂ ਯੂਜ਼ ਸੇਮ ਵੇਰੀਏਬਲਸ। ਜਿਸ ਤਰੀਕੇ ਨਾਲ ਜੋ ਚੀਜ਼ ਅਸੀਂ ਇਹਨੂੰ ਪਾਸ ਕਰ ਰਹੇ ਹਾਂ ਦਾ ਮਤਲਬ ਜੋ ਪੈਰਾਮੀਟਰਸ ਪਾਸ ਕੀਤੇ ਸੀ, ਰਿਟਰਨ A plus B, ਉਸਦਾ ਸਮ ਕਰਕੇ ਰਿਟਰਨ ਦੇ ਦੇ। ਔਰ ਜਦੋਂ ਅਸੀਂ ਇਹਨੂੰ ਕਾਲ ਕਰਨਾ ਹੈ ਇਨ ਦ ਸੇਮ ਵੇ ਸਾਨੂੰ ਕਾਲ ਕਰਨ ਦੇ ਟਾਈਮ ਤੇ ਵੀ ਦੋ ਆਰਗੂਮੈਂਟ ਪਾਸ ਕਰਨੇ ਪੈਣਗੇ। ਤੋ ਨਾਮ ਸੇਮ ਰੱਖਣਾ ਹੈ। ਫॉर एग्जांपल नेम इज ऐड और इसमें ਅਸੀਂ ਦੋ ਨੰਬਰ ਪਾਸ ਕਰਨੇ ਹੋ। ਫॉर एग्जांपल माय फर्स्ट नंबर इज 13 एंड सेकंड नंबर इज 25। ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਕਾਲ ਕਰਾਂਗੇ। ਬਟ ਇਹ ਕਾਲ ਕਰਨ ਤੋਂ ਬਾਅਦ ਸਾਨੂੰ ਕੁਝ ਰਿਟਰਨ ਕਰੇਗਾ ਰਿਜ਼ਲਟ। ਉਸ ਰਿਜ਼ਲਟ ਨੂੰ ਅਸੀਂ ਫॉर एग्जांपल आई एम गोइंग टू सेव इट इन s वेरिएबल। तो लेट s ਲੈ ਲਿਆ। s ਦੇ ਅੰਦਰ ਅਸੀਂ ਇਸ ਸਮ ਨੂੰ ਸਟੋਰ ਕਰਵਾ ਰਹੇ ਹਾਂ। ਸੋ s is equal to add 13 25। ਸੋ ਵੀ ਆਰ ਪਾਸਿੰਗ ਟੂ ਨੰਬਰਸ ਔਰ s ਦੇ ਵਿੱਚੋਂ ਸਮ ਆ ਜਾਏਗਾ ਔਰ ਉਸ ਤੋਂ ਬਾਅਦ ਅਸੀਂ ਹੁਣ ਉਸ ਨੰਬਰ ਨੂੰ ਪ੍ਰਿੰਟ ਕਰਾਵਾਂਗੇ ਜਾਂ ਜਿਸ ਵੀ ਤਰੀਕੇ ਨਾਲ ਤੁਸੀਂ ਆਪਣੇ ਪ੍ਰੋਗਰਾਮ ਨੂੰ ਯੂਜ਼ ਕਰਨਾ ਚਾਹੁੰਦੇ ਹੋ, ਯੂ ਕੈਨ ਡੂ ਦੈਟ। ਸੋ ਸਮ ਇਜ਼, ਸੋ ਜੋ ਵੀ ਸਾਡੇ ਕੋਲ ਆਨਸਰ ਆ ਗਿਆ ਅਸੀਂ ਉਸ ਨੂੰ ਪ੍ਰਿੰਟ ਕਰਾ ਰਹੇ ਹਾਂ s ਵੇਰੀਏਬਲ ਨੂੰ। ਨਾਓ ਲੈਟਸ ਚੈੱਕ ਦੀ ਆਊਟਪੁੱਟ। ਸਮ ਇਜ਼ 38। ਸੋ ਆਈ ਹੋਪ ਦਿਸ ਇਜ਼ ਕਲੀਅਰ ਟੂ ਯੂ। ਸੋ ਇਫ ਆਈ ਵਿਲ ਚੇਂਜ ਦ ਵੈਲਿਊਜ਼, ਅਗਰ ਅਸੀਂ ਇਹਨੂੰ ਜੋ ਵੈਲਿਊਜ਼ ਪਾਸ ਕਰ ਰਹੇ ਸੀ, ਲੈਟਸ ਅਸਿਊਮ ਨਾਓ ਆਈ ਐਮ ਪਾਸਿੰਗ 23 and 25, then what will be the output? It is 48. So it is clear, every time we are passing a value, it is giving us a result and that result we are printing. So ਜਿੰਨੀ ਵਾਰ ਵੀ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਮ ਕਰਨਾ ਹੈ, ਕੋਈ ਕੈਲਕੂਲੇਸ਼ਨ ਪਰਫਾਰਮ ਕਰਨੀ ਹੈ, in the same way I can pass different values every time and it will give different result. I'm using two numbers 25 and 25 and then it will print sum. First time I'm passing it 10 and 25 and second time I'm passing it 10 and 25 and second time I'm passing it 25 and 25. Now let's check. दो बार फंक्शन ਨੂੰ ਕਾਲ ਕੀਤਾ ਹੈ और दो बार सम ਨੂੰ ਪ੍ਰਿੰਟ ਕਰਾਇਆ ਹੈ। Sum is 35, sum is 50. Hope you understand how this function is returning the values. So function ਜਦੋਂ ਵੀ ਕੁਝ ਰਿਟਰਨ ਕਰੇਗਾ ਉਹ ਇਸ ਤਰੀਕੇ ਨਾਲ ਰਿਟਰਨ ਕਰੇਗਾ। ਅਗਰ ਸਪੋਜ਼ ਕਰੋ ਕੈਲਕੂਲੇਸ਼ਨਸ ਕੁਝ ਜ਼ਿਆਦਾ ਲੈਂਥੀ ਹੈ, then what we can do, we can take some variable here. For example, ਇੱਥੇ sum store ਕਰਾਉਣ ਲਈ I am going to take variable let sum here ਔਰ sum ਦੀ ਵੈਲਿਊ ਨੂੰ ਅਸੀਂ ਇੱਥੇ ਕੈਲਕੂਲੇਟ ਕਰ ਲਾਂਗੇ a plus b and after that we are going to return the value s. Similarly, ਜਿਸ ਤਰ੍ਹਾਂ ਕੋਈ ਸਰਕਲ ਦਾ ਏਰੀਆ ਫਾਈਂਡ ਆਊਟ ਕਰਨਾ ਹੈ ਤੁਸੀਂ ਉਹ ਕਰ ਸਕਦੇ ਹੋ, ਕੋਈ ਹੋਰ ਕੈਲਕੂਲੇਸ਼ਨ ਪਰਫਾਰਮ ਕਰਨੀ ਹੈ, ਸਕੁਅਰ ਆਫ ਅ ਨੰਬਰ, ਕਿਊਬ ਆਫ ਅ ਨੰਬਰ, we can perform any type of processing inside the function and later on result will be returned by the return statement. Return statement can only return one value at a time. Remember this thing.
दिस इज वेरी इंपॉर्टेंट। सो रिटर्न वैल्यू जो है सानू एस ते जो रिटर्न करेगी इट विल रिटर्न सम। सो सम वैल्यू रिटर्न होएगी एंड दैट विल गेट स्टोर्ड इन एस। लेटर ऑन ਉਹ एस ਦੇ ਵਿੱਚ आंसर ਸਾਡਾ स्टोर हो जाएगा। दिस इज हाउ आवर functions perform. I hope you have learned this functions concept very clearly and everything is clear to you. If you have any doubt, you can type in the comment box. So we have learned what is a function, how functions are created, how functions are called, passing parameters to functions and returning values from function. These are very important topic. Our next lesson ਦੇ ਵਿੱਚ we are going to learn how we can validate a form. और form ਦੇ ਵਿੱਚ ਅਸੀਂ validate ਤੋਂ ਬਾਅਦ ਅਸੀਂ ਉਸ form ਨੂੰ validate ਕਰਨਾ ਵੀ ਸਿੱਖਾਂਗੇ, ਇੱਕ real world application. So stay tuned, stay connected, have a nice day. Thank you.